ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ। ਪੂਰ ਰਹਿਓ ਸਰਬ ਠਾਈ ਰਹਾਉ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨਹਾਰ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰ। ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਆ ਸੋਈ। ਅੱਲਾਹ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿਠਾ। ਕਹੇ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਾਰਿਆਂ ਨੂੰ ਗੁਰੂ ਬਖਸ਼ੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੇਈ ਨਦੀ 'ਚੋਂ ਜਿਉਂਦੇ ਜਾਗਦੇ ਪ੍ਰਗਟ ਹੋਏ, ਉਸ ਤੋਂ ਬਾਅਦ ਇਕੱਲੇ ਬੈਠ ਜਾਇਆ ਕਰਨ, ਕਿਸੇ ਨਾਲ ਕੋਈ ਗੱਲਬਾਤ ਨਾ ਕਰਨ। ਜੇ ਇੱਕ ਦਿਨ ਬੋਲੇ ਹੀ ਬੋਲੇ ਤਾਂ ਕਹਿੰਦੇ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ, ਜਿਸ ਦਾ ਮਤਲਬ ਸੀ ਕਿ ਹਿੰਦੂ ਤੇ ਮੁਸਲਮਾਨ ਝੂਠ ਬੋਲਦੇ, ਘੱਟ ਤੋਲਦੇ, ਛਲ ਦਗੇ ਕਰਕੇ ਪਾਪ ਕਰਮ ਕਰਦੇ ਹਨ। ਜਦ ਕਿ ਹਿੰਦੂ ਤੇ ਮੁਸਲਮਾਨ ਦੋਨਾਂ ਦੇ ਧਰਮ ਵਿੱਚ ਪਾਪ ਕਰਮ ਵਰਜੇ ਹਨ। ਦੋਵੇਂ ਨਾਮ ਤਰੀਕ ਧਰਮ ਹਨ, ਪਰ ਇਹਨਾਂ ਵਿੱਚੋਂ
ਨਾ ਕੋਈ ਸੱਚਾ ਹਿੰਦੂ ਹੈ, ਨਾ ਕੋਈ ਸੱਚਾ ਮੁਸਲਮਾਨ। ਸਤ ਸੰਗੀ ਜਨੋ, ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਨਾਨਕ ਕਹਿੰਦਾ ਹੈ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਬੜੀ ਛੇਤੀ ਇਹ ਗੱਲ ਕਾਜੀ ਕੋਲ ਵੀ ਪਹੁੰਚ ਗਈ। ਮੁਗਲਾਂ ਦੇ ਰਾਜ ਵਿੱਚ ਜਬਰ ਜ਼ੁਲਮ ਦੇ ਥੱਲੇ ਹਿੰਦੂ ਦਬੇ ਹੋਣ ਕਰਕੇ ਨਾ ਬੋਲੇ, ਪਰ ਕਾਜੀ ਨੂੰ ਗੁੱਸਾ ਆ ਗਿਆ। ਕਹਿੰਦੇ ਸਾਡੇ ਦੀਨ ਤੇ, ਸਾਡੇ ਧਰਮ ਤੇ ਹੱਲਾ ਬੋਲ ਦਿੱਤਾ ਹੈ। ਉਹਨੇ ਕਿਸੇ ਮੁਫਤੀ ਨੂੰ, ਆਪਣੇ ਧਰਮ ਦੇ ਆਗੂ ਨੂੰ, ਸਤ ਸੰਗੀ ਜਨੋ, ਮੁਫਤੀ ਕਹਿੰਦੇ ਹਨ ਧਰਮ ਦਾ ਆਗੂ, ਮੰਨਿਆ ਪਰਮੰਨਿਆ ਆਗੂ ਬੰਦਾ। ਉਹਨੇ ਕਿਸੇ ਆਪਣੇ ਧਰਮ ਦੇ ਆਗੂ ਨੂੰ ਨਾਲ ਲੈ ਕੇ ਨਵਾਬ ਕੋਲ ਸ਼ਿਕਾਇਤ ਜਾ ਕਰ ਦਿੱਤੀ ਕਿ ਨਾਨਕ ਨੇ ਸਾਡੇ ਧਰਮ ਦੀ ਹਤਕ ਕੀਤੀ ਹੈ। ਨਵਾਬ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਕੋਈ ਫਕੀਰ ਹੈ, ਉਹ ਕੋਈ ਵਲੀ ਹੈ, ਉਹ ਗਲਤ ਨਹੀਂ ਹੋ ਸਕਦਾ। ਕਿਉਂ ਉਹਦੇ ਪਿੱਛੇ ਪਏ ਆ ਤੁਸੀਂ? ਕਾਜੀ ਹੁਣਾਂ ਦੇ ਜ਼ੋਰ ਦੇਣ ਤੇ ਸ਼ਿਕਾਇਤ ਦਰਜ ਕਰ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੁਲਾਵਾ ਭੇਜਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਂਹ ਕਰ ਦਿੱਤੀ। ਨਵਾਬ ਨੇ ਫਿਰ ਬੜੀ ਹਲੀਮੀ ਨਾਲ ਆਖਿਆ ਕਿ ਰੱਬ ਦਾ ਵਾਸਤਾ ਇੱਕ ਵਾਰ ਤੁਸੀਂ ਆ ਜਾਓ। ਸਤ ਸੰਗੀ ਜਨੋ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੇ ਕੋਲ ਆ ਗਏ। ਨਵਾਬ ਨੇ ਬੜੇ ਸਤਿਕਾਰ ਦੇ ਨਾਲ ਬਿਠਾਇਆ। ਕਾਜੀ ਗੁਰੂ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ। ਗੁਰੂ ਸਾਹਿਬ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 141 ਅੰਗ ਤੇ ਸੁਸ਼ੋਭਿਤ ਹੈ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ। ਹੋਏ ਮੁਸਲਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਤਉ ਨਾਨਕ ਸਰਬ ਜੀਆਂ ਮਹਿ ਰਮਤ ਹੋਏ, ਤਾਂ ਮੁਸਲਮਾਨ ਕਹਾਵੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਫਿਰ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 140 ਅੰਗ ਤੇ ਸੁਸ਼ੋਭਿਤ ਹੈ। ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜਾ। ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੈ ਲਾਜ। ਸਤ ਸੰਗੀ ਜਨੋ, ਨਵਾਬ ਕਹਿੰਦਾ ਕਾਜੀ ਜੀ ਨਾਨਕ ਸਹੀ ਗੱਲ ਕਰਦਾ ਹੈ। ਕਾਜੀ ਗੱਲ ਟਾਲਦੇ ਹੋਏ ਕਹਿੰਦਾ ਜੀ ਸਾਨੂੰ ਨਹੀਂ ਇਹ ਗੱਲ ਮਨਜ਼ੂਰ। ਕਾਜੀ ਨੇ ਨਵਾਬ ਨੂੰ ਇਸ਼ਾਰਾ ਕੀਤਾ ਕਿ ਪੇਸ਼ੀ ਦੀ ਨਮਾਜ਼ ਨੂੰ ਦੇਰ ਹੋ ਰਹੀ ਹੈ ਜੀ। ਸਤ ਸੰਗੀ ਜਨੋ, ਮੁਸਲਿਮ ਧਰਮ ਦੇ ਵਿੱਚ 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ ਹਨ। ਜਿਹੜੀ ਦੁਪਹਿਰੇ ਪੜ੍ਹੀ ਜਾਂਦੀ ਹੈ ਉਸ ਨੂੰ ਪੇਸ਼ੀ ਦੀ ਨਮਾਜ਼ ਕਹਿੰਦੇ ਹਨ।
ਰਹੋ ਵਿਚਾਰ। ਕਹਿੰਦੇ ਪੇਸ਼ੀ ਦੀ ਨਮਾਜ਼ ਨੂੰ ਦੇਰ ਹੋ ਰਹੀ ਹੈ, ਚਲੋ ਮਸੀਹ 'ਤੇ। ਜੇ ਹਿੰਦੂ ਮੁਸਲਮਾਨ ਇੱਕ ਹਨ, ਕੋਈ ਫਰਕ ਹੈ ਹੀ ਨਹੀਂ, ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਸਭ ਲੋਕ ਮਸੀਤ ਵੱਲ ਤੁਰ ਪਏ। ਸ਼ਹਿਰ ਵਿੱਚ ਰੌਲਾ ਪੈ ਗਿਆ। ਕਹਿੰਦੇ ਅੱਜ ਨਾਨਕ ਮੁਸਲਮਾਨ ਹੋਣ ਲੱਗਾ ਹੈ। ਘਰੇ ਵੀ ਖਬਰ ਪਹੁੰਚ ਗਈ, ਪਰ ਬੇਬੇ ਨਾਨਕੀ ਜੀ ਨਹੀਂ ਡੋਲੇ। ਉਹ ਕਹਿੰਦੇ ਨਾਨਕ ਹਿੰਦੂ ਮੁਸਲਮਾਨ ਦੋਨਾਂ ਤੋਂ ਉੱਚਾ ਹੈ। ਗੱਲ ਕੀ, ਉਹ ਮਸੀਤੇ ਚਲੇ ਗਏ। ਕਾਜੀ ਨੇ ਅੱਗੇ ਹੋ ਕੇ ਨਮਾਜ਼ ਪੜ੍ਹਾਈ ਤੇ ਸਭ ਨੇ ਖੜੋ ਕੇ ਨਮਾਜ਼ ਪੜ੍ਹੀ, ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਖੜੇ ਤੱਕਦੇ ਰਹੇ ਤੇ ਮੁਸਕਰਾਉਂਦੇ ਰਹੇ। ਨਮਾਜ਼ ਹੋ ਚੁੱਕੀ ਤਾਂ ਕਾਜੀ ਕਹਿੰਦਾ, ਨਾਨਕ ਤੂੰ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਸਗੋਂ ਮੁਸਕਰਾਉਂਦਾ ਰਿਹਾ ਹੈ ਤੇ ਸਾਨੂੰ ਮਖੌਲ ਕਰਦਾ ਰਿਹਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾ ਕੇ ਆਖਣ ਲੱਗੇ, ਕਾਜੀ ਜੀ ਸੱਚ ਦੱਸੋ, ਤੁਸੀਂ ਨਮਾਜ਼ ਪੜ੍ਹੀ ਹੈ ਜਾਂ ਘਰ ਵਿੱਚ ਜਿਹੜੀ ਘੋੜੀ ਸੂਈ ਸੀ ਉਹਦੀ ਵਿਸ਼ੇਰੀ ਸੰਭਾਲਦੇ ਰਹੇ ਕਿ ਕਿਤੇ ਖੂਹ ਦੇ ਵਿੱਚ ਨਾ ਡਿੱਗ ਪਵੇ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਹਿੰਦੇ ਜੀ ਨਵਾਬ ਸਾਹਿਬ ਨਮਾਜ਼ ਪੜ੍ਹ ਰਹੇ ਸੀ, ਤੁਸੀਂ ਇਹਨਾਂ ਦੇ ਨਾਲ ਪੜ੍ਹ ਲੈਂਦੇ। ਗੁਰੂ ਸਾਹਿਬ ਕਹਿੰਦੇ ਨਵਾਬ ਸਾਹਿਬ ਤਾਂ ਕਾਬਲ ਦੇ ਵਿੱਚ ਘੋੜੇ ਖਰੀਦਦੇ ਫਿਰਦੇ ਸੀ, ਉਹ ਕਿਹੜਾ ਇੱਥੇ ਸੀ? ਨਵਾਬ ਕਹਿੰਦਾ ਜੀ ਬਿਲਕੁਲ ਸੱਚ ਹੈ। ਸ਼ਰਮਿੰਦੇ ਹੋ ਕੇ ਕਾਜੀ ਨੂੰ ਵੀ ਮੰਨਣਾ ਪਿਆ ਕਿ ਨਾਨਕ ਸੱਚ ਆਖਦਾ ਹੈ। ਸਤ ਸੰਗੀ ਜਨੋ, ਪੁਰਾਤਨ ਜਨਮ ਸਾਖੀ ਦੇ ਵਿੱਚ ਵੀ ਲਿਖਿਆ ਹੈ ਕਿ ਨਵਾਬ ਨੇ ਕਿਹਾ, ਕਾਜੀ ਨਾਨਕ ਹੱਕ ਨੂੰ ਪਹੁੰਚਾ ਹੈ, ਅਵਰ ਪੁੱਛਣੇ ਕੀ ਤਕਸੀਰ ਨਹੀਂ। ਜਿਸ ਦਾ ਮਤਲਬ ਇਹ ਹੋਇਆ ਕਿ ਨਾਨਕ ਸੱਚ 'ਤੇ ਖੜਾ ਹੈ, ਇਸ ਨੂੰ ਹੁਣ ਹੋਰ ਕੁਛ ਪੁੱਛਣ ਦੀ ਗੁੰਜਾਇਸ਼ ਨਹੀਂ ਰਹੀ। ਉਸ ਵੇਲੇ ਦੇ ਮਸੀਤੇ ਆਏ ਸੈਯਦ, ਸ਼ੇਖ, ਕਾਜੀ, ਮੁਫਤੀ, ਖਾਨ ਖੁਨੀਨ, ਮੁਕੱਦਮ ਸਾਰੇ ਹੈਰਾਨ ਹੋ ਗਏ ਕਿ ਫਕੀਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਕਾਜੀ ਤੇ ਨਵਾਬ ਨੇ ਨਮਾਜ਼ ਨਹੀਂ ਪੜ੍ਹੀ। ਤੇ ਆਪਣੇ ਮਨ ਵਿੱਚ ਵਿਸ਼ੇਰੀਆਂ ਤੇ ਘੋੜਿਆਂ ਮਗਰ ਫਿਰਦੇ ਰਹੇ। ਸਾਰੇ ਸ਼ਰਮਿੰਦੇ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਢਹਿ ਪਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੋਈਆਂ ਭੁੱਲਾਂ ਦੀ ਮਾਫੀ। ਜੇ ਸਾਖੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ, ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ। ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।